ਵਰਿੰਦਾਵਨ ਦੇ ਬਾਕੇ ਬਿਹਾਰੀ ਮੰਦਿਰ ਦੇ ਕੋਲ ਬਰਗਦ ਦੇ ਪੇੜ ਦੇ ਨੀਚੇ ਇੱਕ ਬਜ਼ੁਰਗ ਮਾਂ ਨੇ ਆਪਣਾ ਬਸੇਰਾ ਬਣਾ ਲਿਆ ਸੀ। ਸ਼ਕਲ ਸੂਰਤ ਤੋਂ ਉਹ ਕਿਸੇ ਚੰਗੇ ਘਰ ਦੀ ਲੱਗ ਰਹੀ ਸੀ। ਉਹਨਾਂ ਦੇ ਚਿਹਰੇ ਦੀ ਚਮਕ ਦੱਸ ਰਹੀ ਸੀ ਕਿ ਉਹ ਕੋਈ ਭਿਖਾਰੀ ਨਹੀਂ ਹੈ, ਪਰੰਤੂ ਉਹਨਾਂ ਦੇ ਫਟੇ ਹੋਏ ਕੱਪੜੇ ਉਹਨਾਂ ਦੀ ਦਰਦਨਾਕ ਸਥਿਤੀ ਦਾ ਬਿਆਨ ਕਰ ਰਹੇ ਸੀ। ਉਹ ਅੰਮਾ ਮੈਲੇ ਕੁਚੈਲੇ ਕੱਪੜਿਆਂ ਵਿੱਚ ਹੀ ਇੱਕ ਚਾਦਰ ਪਰ ਉੱਥੇ ਪਈ ਰਹਿੰਦੀ ਸੀ। ਅੱਜ ਲਗਭਗ 10ਵਾਂ ਦਿਨ ਸੀ। ਮੰਦਿਰ ਵਿੱਚ ਜੋ ਸ਼ਰਧਾਲੂ ਮੱਥਾ ਟੇਕਣ ਆਉਂਦੇ ਸੀ ਤਾਂ ਬੁੱਢੀ ਮਾਂ ਨੂੰ ਥੋੜ੍ਹਾ ਬਹੁਤ ਪ੍ਰਸਾਦ ਦੇ ਜਾਂਦੇ ਸੀ, ਜਾਂ ਕੋਈ ਰਾਹ ਚੱਲਦਾ ਉਸ ਪਰ ਤਰਸ ਖਾ ਕੇ ਉਹਨਾਂ ਨੂੰ ਕੁਝ ਖਾਣਾ ਦੇ ਜਾਂਦਾ ਸੀ, ਜਿਸ ਨਾਲ ਉਹਨਾਂ ਦਾ ਗੁਜ਼ਾਰਾ ਹੋ ਰਿਹਾ ਸੀ। ਸੁਖਬੀਰ ਹਰ ਸਾਲ ਆਪਣੇ ਮਾਤਾ-ਪਿਤਾ ਦੀ ਬਰਸੀ ਪਰ ਮੰਦਿਰ ਵਿੱਚ ਆਉਂਦਾ ਸੀ ਅਤੇ ਗਰੀਬਾਂ ਨੂੰ ਭੋਜਨ ਦਿਆ ਕਰਦਾ ਸੀ। ਉਸਦੇ ਮਾਤਾ-ਪਿਤਾ ਇੱਕ ਰੋਡ ਐਕਸੀਡੈਂਟ ਵਿੱਚ ਮਾਰੇ ਗਏ ਸੀ। ਉਸਦੇ ਬਾਅਦ ਤੋਂ ਉਹ ਇਕੱਲਾ ਸੀ। ਜਿਸ ਸਮੇਂ ਉਸਦੇ ਮਾਤਾ-ਪਿਤਾ ਦੀ ਮੌਤ ਹੋਈ ਸੀ, ਉਸ ਸਮੇਂ ਉਹ ਕੰਪਿਊਟਰ ਇੰਜੀਨੀਅਰਿੰਗ ਕਰ ਰਿਹਾ ਸੀ। ਹੁਣ ਉਸਦੇ ਅੱਗੇ-ਪਿੱਛੇ ਕੋਈ ਨਹੀਂ ਸੀ, ਪਰ ਉਸਦੇ ਮਾਤਾ-ਪਿਤਾ ਦੇ ਦਿੱਤੇ ਹੋਏ ਸੰਸਕਾਰ ਹਮੇਸ਼ਾ ਉਸਦਾ ਮਾਰਗਦਰਸ਼ਨ ਕਰਦੇ ਸੀ। ਇੰਜੀਨੀਅਰਿੰਗ ਦੇ ਫਾਈਨਲ ਸਾਲ ਦੇ ਬਾਅਦ ਪਲੇਸਮੈਂਟ ਦੇ ਦੌਰਾਨ ਉਸ ਨੂੰ ਇੱਕ ਬਹੁਤ ਚੰਗੀ ਨੌਕਰੀ ਮਿਲ ਗਈ ਸੀ। ਹੁਣ ਉਹ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਬਹੁਤ ਉੱਚੇ ਅਹੁਦੇ 'ਤੇ ਕੰਮ ਕਰ ਰਿਹਾ ਸੀ। ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਉਹ ਆਪਣੇ ਦੋਸਤਾਂ ਦੇ ਨਾਲ ਘੁੰਮਣੇ ਵਿੱਚ ਬਿਤਾ ਦਿੰਦਾ ਸੀ, ਪਰੰਤੂ ਅੱਜ ਉਸਦੇ ਮਾਤਾ-ਪਿਤਾ ਦੀ ਬਰਸੀ ਸੀ। ਇਸ ਲਈ ਉਹ ਅੱਜ ਮੰਦਿਰ ਵਿੱਚ ਗਰੀਬਾਂ ਨੂੰ ਭੋਜਨ ਕਰਵਾਉਣ ਆਇਆ ਸੀ। ਸਾਰੇ ਗਰੀਬਾਂ ਨੂੰ ਖਾਣਾ ਦੇਣੇ ਦੇ ਬਾਅਦ ਪੇੜ ਦੇ ਨੀਚੇ ਬੈਠੀ ਬੁੱਢੀ ਮਾਂ ਦੀ ਤਰਫ ਉਸਦੀ ਨਜ਼ਰ ਗਈ। ਸੁਖਬੀਰ ਨੂੰ ਬੁੱਢੀ ਅੰਮਾ ਦੇ ਚਿਹਰੇ ਵਿੱਚ ਇੱਕ ਅਜੀਬ ਜਿਹਾ ਆਕਰਸ਼ਣ ਅਤੇ ਪਿਆਰ ਨਜ਼ਰ ਆਇਆ। ਸ਼ਾਇਦ ਉਹ ਹਰ ਬੁੱਢੀ ਔਰਤ ਵਿੱਚ ਆਪਣੀ ਮਾਂ ਅਤੇ ਦਾਦੀ ਮਾਂ ਨੂੰ ਹੀ ਲੱਭਦਾ ਸੀ। ਉਹ ਬੜੇ ਪਿਆਰ ਨਾਲ ਉਸ ਬੁੱਢੀ ਅੰਮਾ ਨੂੰ ਦੇਖਣ ਲੱਗਾ। ਫਿਰ ਅੰਮਾ ਦੇ ਕੋਲ ਜਾ ਕੇ ਬੋਲਿਆ, "ਅੰਮਾ, ਖਾਣਾ ਖਾਓਗੀ?" ਪਰ ਬੁੱਢੀ ਮਾਂ ਕਾਫੀ ਉਦਾਸ ਬੈਠੀ ਸੀ। ਸ਼ਾਇਦ ਇਸ ਲਈ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਸੁਖਬੀਰ ਬੋਲਿਆ, "ਚੰਗਾ, ਇਹ ਮੰਦਿਰ ਦਾ ਪ੍ਰਸਾਦ ਹੈ, ਇਹ ਤਾਂ ਖਾ ਲਓ।" ਤਾਂ ਬੁੱਢੀ ਮਾਂ ਨੇ ਉਸਦੇ ਤਰਫ ਦੇਖਦੇ ਹੋਏ ਆਪਣਾ ਹੱਥ ਅੱਗੇ ਵਧਾ ਦਿੱਤਾ। ਬੁੱਢੀ ਮਾਂ ਦੇ ਨਾਲ ਸੁਖਬੀਰ ਵੀ ਥੋੜ੍ਹਾ ਜਿਹਾ ਪ੍ਰਸਾਦ ਖਾਣ ਲੱਗਾ ਅਤੇ ਅੰਮਾ ਦੇ ਕੋਲ ਹੀ ਬੈਠ ਗਿਆ। ਪ੍ਰਸਾਦ ਖਾਂਦੇ-ਖਾਂਦੇ ਅੰਮਾ ਤੋਂ ਪੁੱਛਣ ਲੱਗਾ, "ਅੰਮਾ, ਤੁਸੀਂ ਕਿੱਥੇ ਰਹਿੰਦੀ ਹੋ ਅਤੇ ਇਸ ਪੇੜ ਦੇ ਨੀਚੇ ਕਿਵੇਂ ਬੈਠੀ ਹੋਈ ਹੋ?" ਬੁੱਢੀ ਮਾਂ ਨੇ ਠੰਡਾ ਸਾਹ ਲੈਂਦੇ ਹੋਏ ਕਿਹਾ, "ਅਰੇ ਬੇਟਾ, ਹੁਣ ਇਹ ਪੇੜ ਹੀ ਮੇਰਾ ਘਰ ਹੈ। ਪਹਿਲਾਂ ਮੈਂ ਮਥੁਰਾ ਵਿੱਚ ਰਹਿੰਦੀ ਸੀ। ਉੱਥੇ ਮੇਰਾ ਆਪਣਾ ਇੱਕ ਸ਼ਾਨਦਾਰ ਵੱਡਾ ਜਿਹਾ ਘਰ ਹੈ। ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ। ਜਦ ਤੱਕ ਮੇਰੇ ਪਤੀ ਜਿੰਦਾ ਸੀ, ਜਦ ਤੱਕ ਮੈਨੂੰ ਰਾਣੀ ਬਣਾ ਕੇ ਰੱਖਦੇ ਸੀ, ਪਰੰਤੂ ਪਤੀ ਦੇ ਸਵਰਗਵਾਸ ਦੇ ਬਾਅਦ ਹੌਲੀ-ਹੌਲੀ ਆਪਣੇ ਹੀ ਪੁੱਤ ਨੂੰ ਮੈਂ ਖਟਕਣ ਲੱਗੀ ਸੀ। ਨੂੰ ਤਾਂ ਮੇਰਾ ਚਿਹਰਾ ਵੀ ਨਹੀਂ ਦੇਖਣਾ ਚਾਹੁੰਦੀ ਸੀ। ਇੱਕ ਦਿਨ ਮੇਰਾ ਪੁੱਤ ਮੈਨੂੰ ਬੋਲਿਆ, "ਚਲੋ ਅੰਮਾ, ਅੱਜ ਤੁਹਾਨੂੰ ਵਰਿੰਦਾਵਨ ਘੁਮਾ ਕੇ ਲਿਆਉਂਦਾ ਹਾਂ। ਬਾਕੇ ਬਿਹਾਰੀ ਦੇ ਮੰਦਿਰ ਚੱਲਦੇ ਹਾਂ ਅਤੇ ਦਰਸ਼ਨ ਕਰਕੇ ਆਉਂਦੇ ਹਾਂ।" ਮੇਰਾ ਪੁੱਤ ਮੈਨੂੰ ਆਪਣੀ ਕਾਰ ਵਿੱਚ ਬਿਠਾ ਕੇ ਲਿਆਇਆ ਸੀ ਅਤੇ ਮੈਨੂੰ ਇਸ ਮੰਦਿਰ ਦੇ ਕਿਨਾਰੇ ਬਿਠਾ ਕੇ ਇਹ ਕਹਿ ਕੇ ਚਲਾ ਗਿਆ ਕਿ ਕੁਝ ਜ਼ਰੂਰੀ ਕੰਮ ਨਾਲ ਜਾ ਰਿਹਾ ਹਾਂ, 2 ਘੰਟੇ ਲੱਗ ਜਾਣਗੇ ਆਉਣੇ ਵਿੱਚ। ਮੈਂ ਤਾਂ ਪੁੱਤ ਨੂੰ ਕਿਹਾ ਸੀ ਕਿ ਮੈਨੂੰ ਵੀ ਨਾਲ ਲੈ ਚੱਲ, ਪਰੰਤੂ ਉਹ ਨਹੀਂ ਮੰਨਿਆ। ਦੇਖਦੇ-ਦੇਖਦੇ ਅੱਜ 10 ਦਿਨ ਹੋ ਗਏ ਹਨ। ਇੰਤਜ਼ਾਰ ਕਰਦੇ-ਕਰਦੇ ਮੇਰੀ ਅੱਖਾਂ ਤਰਸ ਗਈ, ਪਰੰਤੂ ਨਾ ਤਾਂ ਮੇਰਾ ਪੁੱਤ ਆਇਆ ਅਤੇ ਨਾ ਹੀ ਉਸਦੀ ਕੋਈ ਖਬਰ। ਹੁਣ ਮੈਂ ਸਮਝ ਚੁੱਕੀ ਹਾਂ
ਕਿ ਮੇਰਾ ਪੁੱਤ ਇੱਥੇ ਮੈਨੂੰ ਕਿਉਂ ਲੈ ਕੇ ਆਇਆ ਸੀ, ਕਿਉਂਕਿ ਉਸਦੀ ਪਤਨੀ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ। ਇਸ ਲਈ ਮੇਰੇ ਤੋਂ ਛੁਟਕਾਰਾ ਪਾਉਣੇ ਦੇ ਲਈ ਮੈਨੂੰ ਇੱਥੇ ਕਾਨ੍ਹਾ ਜੀ ਦੀ ਸ਼ਰਨ ਵਿੱਚ ਛੱਡ ਕੇ ਚਲਾ ਗਿਆ। ਕਹਿੰਦੇ ਕਹਿੰਦੇ ਬੁੱਢੀ ਮਾਂ ਦੀ ਅੱਖਾਂ ਨਮ ਹੋ ਗਈ ਅਤੇ ਚਿਹਰਾ ਮੁਰਝਾ ਗਿਆ। ਸੁਖਬੀਰ ਦੇ ਮਨ ਵਿੱਚ ਉਸਦੀ ਸਵਰਗਵਾਸੀ ਦਾਦੀ ਅਤੇ ਉਸਦੀ ਮਾਂ ਦੀ ਛਵੀ ਦੋਵੇਂ ਇੱਕ ਸਾਥ ਉੱਭਰ ਆਈ ਅਤੇ ਉਸਦੀ ਅੱਖਾਂ ਵਿੱਚ ਹੰਝੂ ਆ ਗਏ। ਗਰੀਬਾਂ ਨੂੰ ਵੰਡਣੇ ਦੇ ਬਾਅਦ ਜੋ ਖਾਣਾ ਬਚਿਆ ਸੀ ਉਸਨੇ ਝੱਟ ਨਾਲ ਕੱਢਿਆ ਅਤੇ ਬੁੱਢੀ ਅੰਮਾ ਦੀ ਚਾਦਰ ਪਰ ਰੱਖ ਦਿੱਤਾ। ਇੱਕ ਨਿਵਾਲਾ ਤੋੜਿਆ ਅਤੇ ਅੰਮਾ ਦੇ ਮੂੰਹ ਵਿੱਚ ਪਾਇਆ ਅਤੇ ਖੁਦ ਵੀ ਖਾਣ ਲੱਗਾ। ਉਸ ਨੂੰ ਐਸਾ ਅਹਿਸਾਸ ਹੋ ਰਿਹਾ ਸੀ ਕਿ ਮੰਨੋ ਉਹ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਦੇ ਨਾਲ ਖਾਣਾ ਖਾ ਰਿਹਾ ਹੋਵੇ। ਉਹ ਅੰਮਾ ਦੇ ਨਾਲ ਕੁਝ ਦੇਰ ਉੱਥੇ ਬੈਠ ਕੇ ਗੱਲਾਂ ਕਰਦਾ ਰਿਹਾ। ਆਪਣੇ ਮਾਤਾ ਪਿਤਾ ਦੀ ਮੌਤ ਦੇ ਬਾਅਦ ਉਹ ਇੱਕਦਮ ਇਕੱਲਾ ਜਿਹਾ ਪੈ ਗਿਆ ਸੀ। ਬਿਨਾਂ ਆਪਣੇ ਮਾਤਾ ਪਿਤਾ ਦੇ ਉਸ ਨੂੰ ਆਪਣਾ ਘਰ ਵੱਢਣੇ ਨੂੰ ਦੌੜਦਾ ਸੀ। ਇਸ ਲਈ ਉਹ ਆਪਣੇ ਘਰ ਵਿੱਚ ਰਹਿਣਾ ਜ਼ਿਆਦਾ ਪਸੰਦ ਨਹੀਂ ਕਰਦਾ ਸੀ। ਕਿਸੇ ਦਿਨ ਤਾਂ ਉਹ ਆਪਣੇ ਘਰ ਵਿੱਚ ਕਦਮ ਤੱਕ ਨਹੀਂ ਰੱਖਦਾ ਸੀ। ਦੋਸਤਾਂ ਦੇ ਨਾਲ ਘੁੰਮ ਕੇ ਆਪਣੇ ਦਰਦ ਨੂੰ ਘੱਟ ਕਰਨੇ ਦੀ ਕੋਸ਼ਿਸ਼ ਕਰਦਾ ਸੀ। ਪਰੰਤੂ ਅੱਜ ਜਦ ਬੁੱਢੀ ਮਾਂ ਨਾਲ ਥੋੜ੍ਹੀ ਦੇਰ ਦੇ ਲਈ ਉਸਨੇ ਗੱਲਬਾਤ ਕੀਤੀ ਤਾਂ ਉਸ ਨੂੰ ਇੱਕ ਆਪਣਾਪਨ ਜਿਹਾ ਮਹਿਸੂਸ ਹੋਇਆ। ਉਸਨੇ ਅੰਮਾ ਤੋਂ ਪੁੱਛਿਆ, ਅੰਮਾ ਕਿਆ ਤੁਸੀਂ ਮੇਰੇ ਨਾਲ ਮੇਰੇ ਘਰ ਪਰ ਚੱਲੋਗੀ? ਬੁੱਢੀ ਮਾਂ ਨੇ ਕਿਹਾ, ਬੇਟਾ ਜਦ ਮੇਰਾ ਆਪਣਾ ਖੂਨ, ਮੇਰਾ ਆਪਣਾ ਬੇਟਾ ਹੀ ਜਿਸ ਨੂੰ ਮੈਂ ਜਨਮ ਦਿੱਤਾ ਅਤੇ ਪਾਲ ਪੋਸ ਕੇ ਵੱਡਾ ਕੀਤਾ, ਜਦ ਉਹੀ ਮੈਨੂੰ ਨਹੀਂ ਰੱਖ ਸਕਿਆ ਤਾਂ ਤੂੰ ਮੈਨੂੰ ਆਪਣੇ ਘਰ ਵਿੱਚ ਲੈ ਜਾ ਕੇ ਕਿਆ ਕਰੇਗਾ? ਜਦ ਮੇਰਾ ਆਪਣਾ ਬੇਟਾ ਹੀ ਮੇਰਾ ਨਾ ਰਿਹਾ ਤਾਂ ਮੈਂ ਦੂਸਰਿਆਂ ਤੋਂ ਕਿਆ ਉਮੀਦ ਲਗਾਊਂਗੀ? ਰਹਿਣ ਦੇ ਬੇਟਾ, ਮੇਰੇ ਪਰ ਤਰਸ ਨਾ ਕਰੋ। ਮੈਂ ਇੱਥੇ ਬਾਕੇ ਬਿਹਾਰੀ ਦੀ ਸ਼ਰਨ ਵਿੱਚ ਰਹਿ ਕੇ ਆਪਣਾ ਜੀਵਨ ਜਿਵੇਂ ਤਿਵੇਂ ਗੁਜ਼ਾਰ ਲਵਾਂਗੀ। ਫਿਰ ਸੁਖਬੀਰ ਬੋਲਿਆ, ਅੰਮਾ ਮੇਰੇ ਮਾਤਾ ਪਿਤਾ ਇੱਕ ਸੜਕ ਦੁਰਘਟਨਾ ਵਿੱਚ ਸਵਰਗਵਾਸੀ ਹੋ ਗਏ ਅਤੇ ਮੈਂ ਇਸ ਦੁਨੀਆ ਵਿੱਚ ਬਿਲਕੁਲ ਇਕੱਲਾ ਰਹਿ ਗਿਆ ਹਾਂ। ਹੁਣ ਮੇਰੇ ਘਰ ਵਿੱਚ ਮੇਰੇ ਇਲਾਵਾ ਹੋਰ ਕੋਈ ਨਹੀਂ ਹੈ। ਤੁਹਾਡਾ ਗੱਲਬਾਤ ਕਰਨੇ ਦਾ ਢੰਗ ਮੇਰੀ ਦਾਦੀ ਨਾਲ ਬਿਲਕੁਲ ਮਿਲਦਾ ਜੁਲਦਾ ਹੈ। ਤੁਹਾਨੂੰ ਦੇਖ ਕੇ ਮੈਨੂੰ ਮੇਰੀ ਦਾਦੀ ਯਾਦ ਆਉਂਦੀ ਹੈ। ਜੇਕਰ ਤੁਸੀਂ ਮੇਰੇ ਨਾਲ ਰਹੋਗੇ ਤਾਂ ਮੈਨੂੰ ਬਹੁਤ ਚੰਗਾ ਲੱਗੇਗਾ। ਯਕੀਨ ਮੰਨੋ ਮੈਨੂੰ ਕੋਈ ਦਿੱਕਤ ਨਹੀਂ ਹੋਵੇਗੀ, ਉਲਟਾ ਮੈਨੂੰ ਤੁਹਾਡਾ ਸਹਾਰਾ ਮਿਲ ਜਾਵੇਗਾ। ਦਿਨ ਭਰ ਦੇ ਕੰਮ ਦੇ ਬਾਅਦ ਜਦ ਘਰ ਵਾਪਸ ਆਵਾਂਗਾ, ਘੱਟ ਤੋਂ ਘੱਟ ਦੇਖਣੇ ਦੇ ਲਈ ਤੁਹਾਡੀ ਸੂਰਤ ਤਾਂ ਹੋਵੇਗੀ। ਜੇਕਰ ਤੁਹਾਡੇ ਤੋਂ ਹੋ ਸਕੇ ਤਾਂ ਮੇਰੇ ਲਈ ਖਾਣਾ ਬਣਾ ਦਿਆ ਕਰਨਾ ਅਤੇ ਘਰ ਦੀ ਦੇਖਭਾਲ ਕਰ ਲੈਣਾ। ਤੁਹਾਨੂੰ ਵੀ ਰਹਿਣ ਦੇ ਲਈ ਘਰ ਮਿਲ ਜਾਵੇਗਾ ਅਤੇ ਮੈਨੂੰ ਵੀ ਆਪਣੀ ਮਾਂ ਅਤੇ ਦਾਦੀ ਮਾਂ ਦੇ ਪਿਆਰ ਦੀ ਠੰਡੀ ਛਾਂ ਮਿਲ ਜਾਵੇਗੀ। ਜਦੀ ਅੰਮਾ ਨੇ ਕਿਹਾ, ਬੇਟਾ ਤੂੰ ਭਾਵਨਾਵਾਂ ਵਿੱਚ ਬਹਿ ਕੇ ਇਹ ਗੱਲਾਂ ਕਹਿ ਰਿਹਾ ਹੈ, ਪਰੰਤੂ ਮੈਨੂੰ ਪਤਾ ਹੈ ਕਿ 2 ਦਿਨ ਵਿੱਚ ਹੀ ਮੈਂ ਤੈਨੂੰ ਬੋਝ ਲੱਗਣ ਲੱਗੂੰਗੀ। ਫਿਰ ਤੂੰ ਵੀ ਮੈਨੂੰ ਕੱਢ ਦੇਵੇਂਗਾ। ਨਾ ਬਾਬਾ ਨਾ, ਮੈਂ ਇੱਥੇ ਹੀ ਚੰਗੀ ਹਾਂ ਆਪਣੇ ਬਾਕੇ ਬਿਹਾਰੀ ਦੀ ਸ਼ਰਨ ਵਿੱਚ। ਅੰਮਾ ਕਿਆ ਕਿਸੇ ਨੂੰ ਆਪਣੇ ਮਾਤਾ ਪਿਤਾ ਵੀ ਬੋਝ ਲੱਗਦੇ ਹਨ? ਹਾਂ, ਦੁਨੀਆ ਵਿੱਚ ਕੁਝ ਲੋਕ ਐਸੇ ਹੋ ਸਕਦੇ ਹਨ, ਪਰੰਤੂ ਸਾਰੇ ਤਾਂ ਨਹੀਂ। ਅੰਮਾ ਜਿਸਦੇ ਸਿਰ ਤੋਂ ਮਾਂ ਬਾਪ ਦਾ ਪਰਛਾਵਾਂ ਹਟ ਜਾਂਦਾ ਹੈ ਉਹ ਕਿੰਨਾ ਇਕੱਲਾ ਰਹਿ ਜਾਂਦਾ ਹੈ, ਮੇਰੇ ਤੋਂ ਬਿਹਤਰ ਕੌਣ ਜਾਣਦਾ ਹੋਵੇਗਾ। ਮੇਰੀ ਦਾਦੀ ਵੀ ਤੁਹਾਡੀ ਤਰ੍ਹਾਂ ਹੀ ਬਹੁਤ ਪਿਆਰੀ ਸੀ ਅਤੇ ਮੇਰੇ ਮਾਤਾ ਪਿਤਾ ਨੇ ਉਹਨਾਂ ਦਾ ਬਹੁਤ ਖਿਆਲ ਰੱਖਿਆ ਸੀ। ਉਹ ਉਹਨਾਂ ਨਾਲ ਬਹੁਤ ਪਿਆਰ ਕਰਦੇ ਸੀ, ਪਰੰਤੂ ਅੱਜ ਮੇਰੇ ਘਰ ਵਿੱਚ ਕੋਈ ਨਹੀਂ ਹੈ। ਮੈਨੂੰ ਮੇਰੀ ਮਾਂ ਅਤੇ ਦਾਦੀ ਦੀ ਬਹੁਤ ਯਾਦ ਆਉਂਦੀ ਹੈ। ਤੁਹਾਡੇ ਵਿੱਚ ਮੈਨੂੰ ਆਪਣੀ
ਦਾਦੀ ਦੀ ਛਵੀ ਨਜ਼ਰ ਆਉਂਦੀ ਹੈ। ਮੈਂ ਭਰੋਸਾ ਦਿਲਾਉਂਦਾ ਹਾਂ ਕਿ ਮੈਂ ਤੁਹਾਨੂੰ ਕਦੀ ਵੀ ਬੋਝ ਨਹੀਂ ਸਮਝੂੰਗਾ। ਗਹਿਰਾ ਸਾਹ ਲੈਂਦੇ ਹੋਏ ਸੁਖਬੀਰ ਬੋਲਿਆ ਤਾਂ ਅੰਮਾ ਦਾ ਗਲਾ ਵੀ ਅਵਰੁੱਧ ਹੋ ਗਿਆ ਅਤੇ ਉਹਨਾਂ ਦੀ ਅੱਖਾਂ ਵਿੱਚ ਹੰਝੂ ਆ ਗਏ। ਅੰਮਾ ਕੁਝ ਬੋਲ ਨਾ ਸਕੀ। ਸੁਖਬੀਰ ਨੇ ਅੰਮਾ ਦਾ ਹੱਥ ਫੜਿਆ ਅਤੇ ਬੋਲਿਆ, ਚਲੋ ਅੰਮਾ, ਹੁਣ ਜ਼ਿਆਦਾ ਨਾ ਸੋਚੋ, ਰਾਤ ਹੋਣੇ ਵਾਲੀ ਹੈ, ਹੁਣ ਤੁਸੀਂ ਆਪਣੇ ਘਰ ਚੱਲੋਗੀ। ਸੁਖਬੀਰ ਨੇ ਜਿਵੇਂ ਹੀ ਅੰਮਾ ਦਾ ਹੱਥ ਫੜਿਆ ਤਾਂ ਅੰਮਾ ਨੇ ਉਸਦੇ ਚਿਹਰੇ ਦੀ ਤਰਫ ਦੇਖਿਆ। ਸੁਖਬੀਰ ਦੀ ਅੱਖਾਂ ਵਿੱਚ ਅੰਮਾ ਨੂੰ ਸੱਚਾਈ ਨਜ਼ਰ ਆ ਰਹੀ ਸੀ। ਉਹਨਾਂ ਨੂੰ ਲੱਗਿਆ ਸ਼ਾਇਦ ਕਾਨ੍ਹਾ ਜੀ ਨੇ ਹੀ ਸੁਖਬੀਰ ਨੂੰ ਉਹਨਾਂ ਦੇ ਕੋਲ ਭੇਜਿਆ ਹੈ। ਸੁਖਬੀਰ ਨੇ ਅੰਮਾ ਨੂੰ ਆਪਣੀ ਮੋਟਰਸਾਈਕਲ ਪਰ ਬਿਠਾਇਆ ਅਤੇ ਉਹਨਾਂ ਨੂੰ ਆਪਣੇ ਘਰ ਲੈ ਗਿਆ। ਇਸ ਘਟਨਾ ਨੂੰ ਅੱਜ 4 ਮਹੀਨੇ ਹੋ ਚੁੱਕੇ ਸੀ। ਸੁਖਬੀਰ ਹੁਣ ਨਿਯਮਿਤ ਸਮੇਂ ਪਰ ਘਰ ਮੁੜ ਆਉਂਦਾ ਸੀ ਅਤੇ ਅੰਮਾ ਉਸਦੇ ਲਈ ਖਾਣਾ ਬਣਾ ਕੇ ਉਸਦੇ ਆਉਣੇ ਦੀ ਉਡੀਕ ਕਰਦੀ ਸੀ। ਜਦ ਉਹ ਥੱਕ ਕੇ ਸੌਂਦਾ ਸੀ ਤਾਂ ਉਸਦੇ ਸਿਰ ਪਰ ਪਿਆਰ ਭਰਾ ਹੱਥ ਰੱਖਦੀ ਸੀ। ਸਵੇਰੇ ਸਵੇਰੇ ਸੁਖਬੀਰ ਦੇ ਉੱਠਣੇ ਤੋਂ ਪਹਿਲਾਂ ਹੀ ਅੰਮਾ ਕ੍ਰਿਸ਼ਨਾ ਜੀ ਦੀ ਪੂਜਾ ਕਰ ਲਿਆ ਕਰਦੀ ਅਤੇ ਸੁਖਬੀਰ ਦਾ ਨਾਸ਼ਤਾ ਬਣਾ ਕੇ ਰੱਖ ਦਿੰਦੀ। ਹੁਣ ਅੰਮਾ ਨੂੰ ਆਪਣਾ ਘਰ ਮਿਲ ਗਿਆ ਸੀ ਅਤੇ ਸੁਖਬੀਰ ਨੂੰ ਆਪਣੀ ਦਾਦੀ ਅਤੇ ਮਾਂ ਦਾ ਸੱਚਾ ਪਿਆਰ, ਦੋਨੋਂ ਇੱਕ ਦੂਸਰੇ ਦਾ ਸਾਥ ਪਾ ਕੇ ਬਹੁਤ ਖੁਸ਼ ਸੀ। ਰਾਤ ਨੂੰ ਸੁਖਬੀਰ ਕਾਫੀ ਲੇਟ ਸੋਇਆ ਸੀ ਅਤੇ ਅਗਲੇ ਦਿਨ ਜਦ ਸਵੇਰੇ ਦਫ਼ਤਰ ਜਾਣੇ ਦਾ ਸਮੇਂ ਹੋਇਆ, ਜਦ ਤੱਕ ਉਸਦੀ ਨੀਂਦ ਪੂਰੀ ਨਹੀਂ ਹੋਈ ਸੀ, ਅਚਾਨਕ ਸੁਖਬੀਰ ਨੇ ਸੌਂਦੇ ਹੋਏ ਆਪਣੇ ਮੱਥੇ ਪਰ ਠੰਡੀ ਉਂਗਲੀਆਂ ਦਾ ਸਪਰਸ਼ ਮਹਿਸੂਸ ਕੀਤਾ। ਉਸ ਨੂੰ ਐਸਾ ਮਹਿਸੂਸ ਹੋਇਆ ਕਿ ਉਸਦੀ ਮਾਂ ਉਸ ਨੂੰ ਬੜੇ ਪਿਆਰ ਨਾਲ ਜਗਾ ਰਹੀ ਹੈ। ਦੁਬਾਰਾ ਜਦ ਉਹੀ ਸਪਰਸ਼ ਉਸਨੇ ਆਪਣੇ ਚਿਹਰੇ ਪਰ ਮਹਿਸੂਸ ਕੀਤਾ ਤਾਂ ਉਹ ਨੀਂਦ ਤੋਂ ਜਾਗ ਗਿਆ। ਉਸਨੇ ਅੱਖਾਂ ਖੋਲ੍ਹੀ ਤਾਂ ਸਾਹਮਣੇ ਦੇਖਿਆ ਕਿ ਅੰਮਾ ਪੂਜਾ ਕਰਨੇ ਦੇ ਬਾਅਦ ਖੁਸ਼ਬੂ ਭਰੇ ਹੱਥਾਂ ਨਾਲ ਉਸਦੇ ਮੱਥੇ ਅਤੇ ਵਾਲਾਂ ਨੂੰ ਸਹਿਲਾ ਰਹੀ ਸੀ, ਜਿਵੇਂ ਉਸਦੀ ਮਾਂ ਹਮੇਸ਼ਾ ਕਰਿਆ ਕਰਦੀ ਸੀ। ਸੁਖਬੀਰ ਨੇ ਅੰਮਾ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਆਪਣੇ ਬੁੱਲ੍ਹਾਂ ਨਾਲ ਚੁੰਮਿਆ ਅਤੇ ਵਾਪਿਸ ਉਸ ਹੱਥ ਨੂੰ ਆਪਣੇ ਮੱਥੇ ਪਰ ਰੱਖ ਦਿੱਤਾ ਅਤੇ ਬੋਲਿਆ, ਅੰਮਾ, ਤੁਹਾਡਾ ਆਸ਼ੀਰਵਾਦ ਮੈਨੂੰ ਜ਼ਿੰਦਗੀ ਭਰ ਦੇ ਲਈ ਚਾਹੀਦਾ। ਅੰਮਾ ਨੇ ਅੱਖਾਂ ਬੰਦ ਕਰਕੇ ਕਾਨ੍ਹਾ ਜੀ ਨੂੰ ਧੰਨਵਾਦ ਕੀਤਾ ਕਿ ਉਹਨਾਂ ਨੇ ਉਸ ਨੂੰ ਸੁਖਬੀਰ ਨਾਲ ਮਿਲਾਇਆ ਅਤੇ ਫਿਰ ਬੋਲੀ, ਬੇਟਾ, ਦਫ਼ਤਰ ਜਾਣੇ ਦਾ ਸਮੇਂ ਹੋ ਗਿਆ ਹੈ। ਫਿਰ ਸੁਖਬੀਰ ਬੋਲਿਆ, ਅੰਮਾ, ਮੈਂ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇੱਕ ਛੋਟੀ ਜਿਹੀ ਫੈਕਟਰੀ ਖੋਲ੍ਹਣੇ ਦਾ ਫੈਸਲਾ ਕੀਤਾ ਹੈ। ਅੱਜ ਮੈਂ ਦਫ਼ਤਰ ਨਹੀਂ ਜਾਊਂਗਾ, ਬਸ ਇਸ ਫੈਕਟਰੀ ਦੀ ਸ਼ੁਰੂਆਤ ਕਰਨੀ ਹੈ। ਅੱਜ 11 ਵਜੇ ਅਸੀਂ ਫੈਕਟਰੀ ਦੀ ਪੂਜਾ ਕਰਾਂਗੇ ਅਤੇ ਉਹ ਪੂਜਾ ਤੁਹਾਡੇ ਹੱਥਾਂ ਨਾਲ ਹੋਵੇਗੀ। ਤੁਸੀਂ ਤਿਆਰ ਰਹਿਣਾ। ਇਹ ਸੁਣ ਕੇ ਅੰਮਾ ਬੜੀ ਖੁਸ਼ ਹੋਈ, ਨਾਲ ਬੋਲੀ, ਬੇਟਾ, ਤੂੰ ਬਿਲਕੁਲ ਸਹੀ ਫੈਸਲਾ ਲਿਆ ਹੈ। ਵਕਤ ਦੇ ਨਾਲ ਅਤੇ ਭਗਵਾਨ ਦੇ ਆਸ਼ੀਰਵਾਦ ਨਾਲ ਇਹ ਛੋਟੀ ਜਿਹੀ ਫੈਕਟਰੀ ਵੀ ਇੱਕ ਬਹੁਤ ਬੜੀ ਫੈਕਟਰੀ ਵਿੱਚ ਬਦਲੇਗੀ। ਇਹ ਮੇਰਾ ਵਿਸ਼ਵਾਸ ਹੈ ਅਤੇ ਮੇਰਾ ਆਸ਼ੀਰਵਾਦ ਹਮੇਸ਼ਾ ਤੇਰੇ ਨਾਲ ਹੈ। ਅਜਿਹਾ ਕਹਿੰਦੇ ਹੋਏ ਅੰਮਾ ਦੀ ਅੱਖਾਂ ਵਿੱਚ ਆਸ਼ਾ ਦੀ ਇੱਕ ਨਵੀਂ ਕਿਰਨ ਦਿਖਾਈ ਦੇਣ ਲੱਗੀ। ਸੁਖਬੀਰ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਫੈਕਟਰੀ ਖੜੀ ਕਰ ਦਿੱਤੀ ਅਤੇ ਉਸੇ ਫੈਕਟਰੀ ਵਿੱਚ ਚੰਗੀ ਗੁਣਵੱਤਾ ਦੇ ਉਤਪਾਦ ਬਣਾਏ। ਉਹਨਾਂ ਸਭ ਲੋਕਾਂ ਦੀ ਮਿਹਨਤ ਦੇ ਕਾਰਨ ਫੈਕਟਰੀ ਦੀ ਤਰੱਕੀ ਬੜੀ ਤੇਜ਼ੀ ਨਾਲ ਹੋ ਰਹੀ ਸੀ। ਸੁਖਬੀਰ ਹੁਣ ਇੱਕ ਹੋਰ ਨਵੀਂ ਫੈਕਟਰੀ ਸ਼ੁਰੂ ਕਰਨੇ ਦਾ ਵਿਚਾਰ ਕਰ ਰਿਹਾ ਸੀ, ਜਿਸ ਕਾਰਨ ਉਹ ਹੋਰ ਵੀ ਜ਼ਿਆਦਾ ਵਿਅਸਤ ਹੁੰਦਾ ਜਾ ਰਿਹਾ ਸੀ। ਇੱਕ ਦਿਨ ਅੰਮਾ ਬੋਲੀ, ਬੇਟਾ, ਤੂੰ ਤਾਂ ਆਪਣੇ ਜੀਵਨ ਵਿੱਚ ਹੋਰ ਜ਼ਿਆਦਾ ਵਿਅਸਤ ਹੁੰਦੇ ਜਾ ਰਹੇ ਹੋ, ਪਰੰਤੂ ਇਹ ਗੱਲ ਯਾਦ ਰੱਖੋ
ਕਿ ਕੇਵਲ ਕੰਮ ਹੀ ਜੀਵਨ ਦਾ ਮਕਸਦ ਨਹੀਂ ਹੁੰਦਾ। ਤੈਨੂੰ ਕੰਮ ਦੇ ਲਈ ਵੀ ਇੱਕ ਸਹਾਰੇ ਦੀ ਲੋੜ ਹੈ। ਕਿਉਂ ਨਾ ਇੱਕ ਚੰਗੀ ਜਿਹੀ ਕੁੜੀ ਲੱਭ ਕੇ ਤੇਰਾ ਵਿਆਹ ਕਰ ਦਿੱਤਾ ਜਾਵੇ। ਅੰਮਾ ਦੀ ਗੱਲ ਸੁਖਬੀਰ ਨੂੰ ਵੀ ਉਚਿਤ ਲੱਗੀ ਅਤੇ ਬੋਲਿਆ, ਅਰੇ ਹਾਂ ਅੰਮਾ, ਆਪਣੀ ਜ਼ਿੰਦਗੀ ਵਿੱਚ ਮੈਂ ਇੰਨਾ ਵਿਅਸਤ ਹੋ ਗਿਆ ਹਾਂ ਕਿ ਕਦੀ ਇਸ ਬਾਰੇ ਵਿੱਚ ਗੱਲਬਾਤ ਕਰਨੇ ਦਾ ਸਮੇਂ ਹੀ ਨਹੀਂ ਮਿਲਦਾ। ਅੰਮਾ, ਇੱਕ ਗੱਲ ਕਹਾਂ, ਮੇਰੀ ਨਿਗਾਹ ਵਿੱਚ ਇੱਕ ਕੁੜੀ ਹੈ ਸਰੀਤਾ, ਜੋ ਮੈਨੂੰ ਬਹੁਤ ਪਸੰਦ ਹੈ, ਪਰ ਮੈਂ ਉਸ ਨਾਲ ਕਦੀ ਇਸ ਬਾਰੇ ਵਿੱਚ ਗੱਲ ਨਹੀਂ ਕੀਤੀ। ਸਰੀਤਾ ਸੁਖਬੀਰ ਦੀ ਮਾਂ ਦੀ ਸਹੇਲੀ ਦੀ ਬੇਟੀ ਹੈ, ਜੋ ਪੜ੍ਹਾਈ ਪੂਰੀ ਕਰਨੇ ਦੇ ਬਾਅਦ ਇਸ ਸ਼ਹਿਰ ਵਿੱਚ ਨੌਕਰੀ ਕਰ ਰਹੀ ਸੀ। ਸੁਖਬੀਰ ਦੀ ਉਸ ਨਾਲ ਮੁਲਾਕਾਤ ਕਦੀ-ਕਵਾਰ ਹੋ ਜਾਂਦੀ ਸੀ। ਸੁਖਬੀਰ ਨੂੰ ਸਰੀਤਾ ਦਾ ਸੁਭਾਅ ਅਤੇ ਗੱਲਬਾਤ ਕਰਨੇ ਦਾ ਤਰੀਕਾ ਬਹੁਤ ਚੰਗਾ ਲੱਗਦਾ ਸੀ। ਅੰਮਾ ਸੁਖਬੀਰ ਦੇ ਨਾਲ ਸਰੀਤਾ ਦੇ ਘਰ ਗਈ, ਉਸਦੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ ਅਤੇ ਸੁਖਬੀਰ ਅਤੇ ਸਰੀਤਾ ਦੇ ਵਿਆਹ ਦਾ ਪ੍ਰਸਤਾਵ ਦਿੱਤਾ। ਸਰੀਤਾ ਦੇ ਪਿਤਾ ਜੀ ਨੇ ਤੁਰੰਤ ਹਾਂ ਕਰ ਦਿੱਤੀ। ਬਸ ਫਿਰ ਕਿਆ ਸੀ, ਕੁਝ ਹੀ ਦਿਨਾਂ ਬਾਅਦ ਸੁਖਬੀਰ ਸਰੀਤਾ ਨੂੰ ਦੁਲਹਨ ਬਣਾ ਕੇ ਆਪਣੇ ਘਰ ਲੈ ਆਇਆ। ਸਰੀਤਾ ਅੰਮਾ ਦੇ ਗੁਣਾਂ ਨਾਲ ਅਤੇ ਉਹਨਾਂ ਦੇ ਪਿਆਰ ਨਾਲ ਬਹੁਤ ਪ੍ਰਭਾਵਿਤ ਹੋਈ। ਜਿੰਨਾ ਪਿਆਰ ਸੁਖਬੀਰ ਅੰਮਾ ਨਾਲ ਕਰਦਾ ਸੀ, ਉਸ ਤੋਂ ਕਿਤੇ ਜ਼ਿਆਦਾ ਲਗਾਵ ਸਰੀਤਾ ਦਾ ਹੁਣ ਅੰਮਾ ਨਾਲ ਹੋ ਚੁੱਕਾ ਸੀ। ਸਰੀਤਾ ਹਮੇਸ਼ਾ ਸੋਚਦੀ ਕਿ ਨਾ ਜਾਣੇ ਅੰਮਾ ਉਸਦੇ ਦਿਲ ਦੀ ਹਰ ਗੱਲ ਨੂੰ ਕਿਵੇਂ ਜਾਣ ਲੈਂਦੀ ਹੈ ਅਤੇ ਕਿਵੇਂ ਉਸਦੀ ਹਰ ਚਾਹਤ ਨੂੰ ਉਸਦੇ ਕਹੇ ਬਿਨਾਂ ਪੂਰਾ ਕਰ ਦਿੰਦੀ ਹੈ। ਸਮੇਂ ਬੀਤਣ ਲੱਗਾ ਅਤੇ ਸੁਖਬੀਰ ਦੇ ਘਰ ਵਿੱਚ 2 ਜੁੜਵਾ ਬੱਚਿਆਂ ਨੇ ਜਨਮ ਲਿੱਤਾ, ਇੱਕ ਪੁੱਤ ਅਤੇ ਇੱਕ ਧੀ। ਸੁਖਬੀਰ ਦਾ ਘਰ ਤਾਂ ਜਿਵੇਂ ਖੁਸ਼ੀਆਂ ਨਾਲ ਭਰ ਉੱਠਿਆ ਸੀ। ਅੰਮਾ ਜੀ ਹੁਣ ਸੱਚਮੁੱਚ ਵਿੱਚ ਦਾਦੀ ਬਣ ਚੁੱਕੀ ਸੀ। ਹੁਣ ਉਹਨਾਂ ਦੀ ਮੁੱਖ ਜ਼ਿੰਮੇਵਾਰੀ ਸੁਖਬੀਰ ਅਤੇ ਸਰੀਤਾ ਨਹੀਂ, ਬਲਕਿ ਅੰਮਾ ਦੇ ਪੋਤਾ ਅਤੇ ਪੋਤੀ ਹੋ ਗਏ ਸੀ। ਹੁਣ ਅੰਮਾ ਦਾ ਬਿਸਤਰ ਆਪਣੇ ਪੋਤਾ ਅਤੇ ਪੋਤੀ ਦੇ ਕਮਰੇ ਵਿੱਚ ਲਗਵਾ ਦਿੱਤਾ ਗਿਆ ਸੀ, ਤਾਂ ਕਿ ਉਹ ਦੋਵੇਂ ਅੰਮਾ ਦੇ ਪਿਆਰ ਦੀ ਛਾਂ ਵਿੱਚ ਰਹਿਣ ਅਤੇ ਉਹਨਾਂ ਦੇ ਸੰਸਕਾਰਾਂ ਦੇ ਨਾਲ ਪਲਣ ਅਤੇ ਵੱਡੇ ਹੋਣ। ਬਿਨਾਂ ਦਾਦੀ ਦੇ ਤਾਂ ਦੋਵੇਂ ਬੱਚੇ ਇੱਕ ਸਮੇਂ ਦਾ ਖਾਣਾ ਤੱਕ ਵੀ ਨਹੀਂ ਖਾਂਦੇ ਸੀ। ਜਦ ਵੀ ਬੱਚੇ ਮੰਮੀ ਪਾਪਾ ਦੇ ਨਾਲ ਬਾਜ਼ਾਰ ਜਾਂਦੇ ਤਾਂ ਜਿੱਦ ਕਰਕੇ ਦਾਦੀ ਨੂੰ ਹਮੇਸ਼ਾ ਆਪਣੇ ਨਾਲ ਲੈ ਕੇ ਜਾਂਦੇ। ਸਰੀਤਾ ਅਤੇ ਸੁਖਬੀਰ ਵੀ ਆਪਣੇ ਦੋਵੇਂ ਬੱਚਿਆਂ ਦੀ ਜ਼ਿੰਮੇਵਾਰੀ ਅੰਮਾ ਨੂੰ ਦੇ ਕੇ ਬਿਲਕੁਲ ਬੇਫਿਕਰ ਹੋ ਚੁੱਕੇ ਸੀ। ਸਰੀਤਾ ਆਪਣੇ ਪਤੀ ਸੁਖਬੀਰ ਦੇ ਨਾਲ ਉਸਦੇ ਕੰਮ ਵਿੱਚ ਪੂਰੀ ਮਦਦ ਕਰਦੀ ਸੀ। ਸੁਖਬੀਰ ਨੂੰ ਵੀ ਸਰੀਤਾ ਦੇ ਰੂਪ ਵਿੱਚ ਬਹੁਤ ਚੰਗਾ ਜੀਵਨ ਸਾਥੀ ਮਿਲਿਆ ਸੀ, ਜਿਸ ਕਾਰਨ ਉਸਦੀ ਫੈਕਟਰੀ ਹੁਣ ਨਵੀਆਂ ਉਚਾਈਆਂ ਨੂੰ ਛੂਹ ਰਹੀ ਸੀ। ਉਸ ਦੀ ਫੈਕਟਰੀ ਦੀਆਂ ਸ਼ਾਖਾਵਾਂ ਹੁਣ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਾਪਿਤ ਹੋ ਚੁੱਕੀ ਸੀ, ਜਿਸ ਵਿੱਚ ਹਜ਼ਾਰਾਂ ਕਰਮਚਾਰੀ ਕੰਮ ਕਰਦੇ ਸੀ। ਦੂਜੇ ਪਾਸੇ ਅੰਮਾ ਦਾ ਬੇਟਾ ਸੰਜੇ, ਜੋ ਅੰਮਾ ਨੂੰ ਦਰ-ਦਰ ਦੀ ਠੋਕਰਾਂ ਖਾਣੇ ਦੇ ਲਈ ਛੱਡ ਕੇ ਚਲਾ ਗਿਆ ਸੀ, ਆਪਣੇ ਘਰ ਦੇ ਝਗੜਿਆਂ ਤੋਂ ਦੁਖੀ ਹੋ ਕੇ ਅਤੇ ਆਪਣੀ ਪਤਨੀ ਦੇ ਨਾਲ ਸੁਖੀ ਜੀਵਨ ਜੀਣੇ ਦੀ ਚਾਹ ਵਿੱਚ ਉਸਨੇ ਆਪਣੀ ਮਾਂ ਦਾ ਤਿਆਗ ਕਰ ਦਿੱਤਾ ਸੀ। ਪਰੰਤੂ ਉਸ ਦਿਨ ਦੇ ਬਾਅਦ ਉਸਦਾ ਅੰਤਰ-ਮਨ ਹਾਹਾਕਾਰ ਕਰ ਰਿਹਾ ਸੀ, ਜਿਸ ਨੂੰ ਉਹ ਕਿਸੇ ਨਾਲ ਵੀ ਸਾਂਝਾ ਨਹੀਂ ਕਰ ਪਾ ਰਿਹਾ ਸੀ। ਹੁਣ ਉਸਦੇ ਘਰ ਵਿੱਚ ਸਿਰਫ ਉਸਦੀ ਪਤਨੀ ਦਾ ਹੀ ਇੱਕ ਛਤਰ ਰਾਜ ਸੀ। ਹੁਣ ਉਹ ਆਪਣੀ ਮਰਜ਼ੀ ਦੇ ਅਨੁਸਾਰ ਖਰਚ ਕਰਦੀ ਸੀ ਅਤੇ ਦੁਕਾਨ ਵਿੱਚ ਤੋਂ ਮਨਮਰਜ਼ੀ ਦਾ ਪੈਸਾ ਕੱਢਦੀ ਸੀ। ਪਰੰਤੂ ਕਾਰੋਬਾਰ ਤੋਂ ਲਗਾਤਾਰ ਪੈਸਾ ਕੱਢਣੇ ਦੇ ਕਾਰਨ ਉਸਦਾ ਜਮਾ-ਜਮਾਇਆ ਕਾਰੋਬਾਰ, ਜੋ ਕਿ ਉਸਦੇ ਪਿਤਾ ਦੇ ਦੁਆਰਾ ਖੜਾ ਕੀਤਾ ਗਿਆ ਸੀ, ਘਾਟੇ ਵਿੱਚ ਜਾਣ ਲੱਗਾ, ਜਿਸਦੇ ਕਾਰਨ ਉਸ ਨੂੰ ਦੁਕਾਨ ਬੰਦ ਕਰਨੀ ਪਈ। ਦੁਕਾਨ ਬੰਦ ਕਰਨੇ ਦੇ ਬਾਅਦ ਕੁਝ ਦਿਨ ਬੜੀ ਮੁਸ਼ਕਿਲਾਂ ਵਿੱਚ ਗੁਜ਼ਰੇ। ਹੁਣ ਸੰਜੇ ਅਤੇ
ਉਸਦੀ ਪਤਨੀ ਨੂੰ ਆਟੇ ਦਾਲ ਦੀ ਕੀਮਤ ਪਤਾ ਲੱਗਣ ਲੱਗੀ। ਫਜ਼ੂਲ ਖਰਚਾ ਤਾਂ ਦੂਰ ਦੀ ਗੱਲ ਸੀ, ਹੁਣ ਉਹਨਾਂ ਦੇ ਕੋਲ ਘਰ ਖਰਚ ਅਤੇ ਬੱਚਿਆਂ ਦੀ ਜ਼ਰੂਰਤਾਂ ਪੂਰੀ ਕਰਨੇ ਦੇ ਲਈ ਵੀ ਪੈਸਾ ਨਹੀਂ ਸੀ। ਸੰਜੇ ਦਾ ਇੱਕ ਦੋਸਤ ਜੋ ਇੱਕ ਬੜੀ ਕੰਪਨੀ ਵਿੱਚ ਕੰਮ ਕਰਦਾ ਸੀ, ਉਸਨੇ ਆਪਣੀ ਸਿਫਾਰਿਸ਼ ਪਰ ਉਸਦੀ ਆਪਣੀ ਕੰਪਨੀ ਵਿੱਚ ਹੀ ਨੌਕਰੀ ਲਗਵਾ ਦਿੱਤੀ ਅਤੇ ਇਸ ਤਰ੍ਹਾਂ ਸੰਜੇ ਦੇ ਜੀਵਨ ਦੀ ਗਾੜੀ ਥੋੜ੍ਹੀ ਥੋੜ੍ਹੀ ਚੱਲਣ ਲੱਗੀ। ਸੰਜੇ ਹੁਣ ਕੰਪਨੀ ਵਿੱਚ ਬਹੁਤ ਮਨ ਲਗਾ ਕੇ ਕੰਮ ਕਰ ਰਿਹਾ ਸੀ, ਜਿਸ ਕਾਰਨ ਉਸ ਨੂੰ ਫੈਕਟਰੀ ਵਿੱਚ ਬਹੁਤ ਮਾਣ ਸਨਮਾਨ ਮਿਲਣ ਲੱਗਾ। ਹੁਣ ਉਹ ਫੈਕਟਰੀ ਦਾ ਇੱਕ ਮਹੱਤਵਪੂਰਨ ਕਰਮਚਾਰੀ ਬਣ ਚੁੱਕਾ ਸੀ। ਸੰਜੇ ਦੀ ਕੰਪਨੀ ਵਿੱਚ ਸਥਾਪਨਾ ਦਿਵਸ ਪਰ ਸਾਲਾਨਾ ਮਹੋਤਸਵ ਮਨਾਇਆ ਜਾਣਾ ਸੀ ਅਤੇ ਸਾਰੇ ਕਰਮਚਾਰੀਆਂ ਨੂੰ ਉਹਨਾਂ ਦੀ ਕਾਬਲੀਅਤ ਦੇ ਆਧਾਰ ਪਰ ਇਨਾਮ ਵੰਡੇ ਜਾਣੇ ਸੀ। ਸੰਜੇ ਨੂੰ ਆਪਣੀ ਮਿਹਨਤ ਅਤੇ ਯੋਗਤਾ ਦੇ ਆਧਾਰ ਪਰ ਪੁਰਸਕਾਰ ਦਿੱਤਾ ਜਾਣਾ ਸੀ, ਜੋ ਕਿ ਉਸ ਕੰਪਨੀ ਦੇ ਮਾਲਿਕ ਦੁਆਰਾ ਦਿੱਤਾ ਜਾਣਾ ਸੀ। ਨਿਸ਼ਚਿਤ ਮਿਤੀ ਤੇ ਇਨਾਮ ਵੰਡ ਸਮਾਰੋਹ ਸ਼ੁਰੂ ਹੋਇਆ ਅਤੇ ਇਹ ਪਹਿਲੀ ਵਾਰ ਸੀ ਕਿ ਜਦ ਕੰਪਨੀ ਦਾ ਮਾਲਿਕ ਆਪਣੇ ਸਾਰੇ ਫੈਕਟਰੀ ਕਰਮਚਾਰੀਆਂ ਦੇ ਨਾਲ ਆਹਮੋ ਸਾਹਮਣੇ ਆ ਰਿਹਾ ਸੀ। ਅੱਜ ਦਾ ਦਿਨ ਸੰਜੇ ਲਈ ਬਹੁਤ ਖਾਸ ਸੀ। ਮੈਨੇਜਿੰਗ ਡਾਇਰੈਕਟਰ ਆਪਣੀ ਪਤਨੀ, ਮਾਂ ਅਤੇ ਬੱਚਿਆਂ ਦੇ ਨਾਲ ਸਮਾਰੋਹ ਵਿੱਚ ਆਏ ਸੀ। ਜਦ ਸਮਾਰੋਹ ਸ਼ੁਰੂ ਹੋਇਆ, ਇਨਾਮ ਵੰਡਣ ਦੇ ਲਈ ਕੰਪਨੀ ਦੇ ਡਾਇਰੈਕਟਰ ਸਾਹਿਬ ਨੂੰ ਬੇਨਤੀ ਕੀਤੀ ਗਈ ਤਾਂ ਉਹ ਸਟੇਜ ਪਰ ਆਏ ਅਤੇ ਕਹਿਣ ਲੱਗੇ ਕਿ ਅੱਜ ਸਾਡੀ ਕੰਪਨੀ ਦੇ ਲਈ ਇੱਕ ਬਹੁਤ ਵੱਡਾ ਦਿਨ ਹੈ, ਪਰੰਤੂ ਅੱਜ ਸਾਡੀ ਕੰਪਨੀ ਜਿਸ ਵੀ ਸਥਿਤੀ ਵਿੱਚ ਹੈ, ਉਹ ਸਿਰਫ ਅਤੇ ਸਿਰਫ ਸਾਡੀ ਅੰਮਾ ਜੀ ਦੇ ਆਸ਼ੀਰਵਾਦ ਨਾਲ ਹੀ ਹੈ। ਜੇਕਰ ਅੰਮਾ ਜੀ ਦੀ ਪ੍ਰੇਰਨਾ ਨਾ ਹੁੰਦੀ ਤਾਂ ਨਾ ਤਾਂ ਅੱਜ ਹੀ ਕੰਪਨੀ ਹੁੰਦੀ ਅਤੇ ਨਾ ਹੀ ਮੈਂ ਇਸ ਅਹੁਦੇ ਪਰ ਹੁੰਦਾ। ਇਸ ਲਈ ਇਨਾਮ ਪੁਰਸਕਾਰ ਵੰਡਣ ਲਈ ਮੈਂ ਅੰਮਾ ਜੀ ਨੂੰ ਬੁਲਾਉਣਾ ਚਾਹੂੰਗਾ। ਅੰਮਾ ਜੀ, ਕਿਰਪਾ ਤੁਸੀਂ ਸਟੇਜ ਪਰ ਆਓ ਅਤੇ ਆਪਣੇ ਹੱਥਾਂ ਨਾਲ ਸਾਰੇ ਯੋਗ ਕਰਮਚਾਰੀਆਂ ਨੂੰ ਪੁਰਸਕਾਰ ਵੰਡੋ। ਸੁਖਬੀਰ ਦੇ ਬੁਲਾਣੇ ਪਰ ਅੰਮਾ ਸਟੇਜ ਪਰ ਪਹੁੰਚੀ ਅਤੇ ਉਹਨਾਂ ਦੀ ਅੱਖਾਂ ਤੋਂ ਹੰਝੂ ਵਹਿ ਨਿਕਲੇ। ਕਰਮਚਾਰੀਆਂ ਦੇ ਨਾਮ ਅਨਾਉਂਸ ਕੀਤੇ ਗਏ ਅਤੇ ਅੰਮਾ ਉਹਨਾਂ ਨੂੰ ਇੱਕ ਇੱਕ ਕਰਕੇ ਪੁਰਸਕਾਰ ਦਿੰਦੀ ਗਈ। ਜਦ ਇੱਕ ਨਾਮ ਦੀ ਅਨਾਉਂਸਮੈਂਟ ਹੋਈ, ਜਿਸ ਨੂੰ ਸੁਣ ਕੇ ਅੰਮਾ ਜੀ ਦੇ ਚਿਹਰੇ ਪਰ ਨਾ ਜਾਣੇ ਕਿੰਨੇ ਭਾਵ ਇੱਕ ਨਾਲ ਆ ਗਏ। ਨਾਮ ਪੁਕਾਰਿਆ ਗਿਆ, ਸੰਜੇ ਮਿਸ਼ਰਾ। ਸਾਹਮਣੇ ਤੋਂ ਆਉਣੇ ਵਾਲਾ ਵਿਅਕਤੀ ਵੀ ਕੁਝ ਜਾਣਾ ਪਹਿਚਾਣਾ ਲੱਗ ਰਿਹਾ ਸੀ। ਅੰਮਾ ਨੇ ਧਿਆਨ ਨਾਲ ਦੇਖਿਆ ਤਾਂ ਸੱਚਮੁੱਚ ਉਹ ਉਹਨਾਂ ਦਾ ਬੇਟਾ ਹੀ ਸੀ, ਸੰਜੇ ਮਿਸ਼ਰਾ, ਜੋ ਉਹਨਾਂ ਨੂੰ ਤੀਰਥ ਯਾਤਰਾ ਦਾ ਝਾਂਸਾ ਦੇ ਕੇ ਬੜੀ ਹੀ ਬੇਦਰਦੀ ਨਾਲ ਛੱਡ ਗਿਆ ਸੀ, ਜਿਸ ਨੂੰ ਉਸਦੇ ਬਾਅਦ ਆਪਣੀ ਮਾਂ ਦਾ ਖਿਆਲ ਤੱਕ ਨਹੀਂ ਆਇਆ। ਅੰਮਾ ਸੋਚਣ ਲੱਗੀ ਕਿ ਹੁਣ ਤੱਕ ਤਾਂ ਸ਼ਾਇਦ ਮੈਂ ਤੜਫ ਤੜਫ ਕੇ ਮਰ ਗਈ ਹੁੰਦੀ ਜੇਕਰ ਮੇਰਾ ਬੇਟਾ ਸੁਖਬੀਰ ਮੈਨੂੰ ਨਾ ਲੈ ਜਾਂਦਾ। ਪਿਆਰ ਅਤੇ ਨਫ਼ਰਤ ਦੇ ਭਾਵ ਇੱਕ ਨਾਲ ਅੰਮਾ ਦੇ ਚਿਹਰੇ ਪਰ ਉੱਭਰ ਆਏ। ਅੰਮਾ ਨੂੰ ਐਸਾ ਮਹਿਸੂਸ ਹੋਇਆ ਕਿ ਜਿਵੇਂ ਦੁਨੀਆ ਬੜੀ ਤੇਜ਼ੀ ਨਾਲ ਘੁੰਮ ਰਹੀ ਹੈ। ਬੜੀ ਮੁਸ਼ਕਿਲ ਨਾਲ ਉਹਨਾਂ ਨੇ ਖੁਦ ਨੂੰ ਸੰਭਾਲਿਆ ਅਤੇ ਕਿਸੇ ਅਜਨਬੀ ਦੀ ਤਰ੍ਹਾਂ ਸੰਜੇ ਨੂੰ ਪੁਰਸਕਾਰ ਫੜਾ ਦਿੱਤਾ ਅਤੇ ਆਪਣਾ ਮੂੰਹ ਦੂਸਰੀ ਤਰਫ ਫੇਰ ਲਿਆ। ਸੰਜੇ ਨੇ ਧਿਆਨ ਨਾਲ ਦੇਖਿਆ ਕਿ ਪੁਰਸਕਾਰ ਦੇਣੇ ਵਾਲੀ ਮਹਿਲਾ ਕੋਈ ਹੋਰ ਨਹੀਂ, ਉਸਦੀ ਆਪਣੀ ਮਾਂ ਸੀ। ਦੇਖਦੇ ਹੀ ਉਸਦੇ ਪਸੀਨੇ ਛੁੱਟਣ ਲੱਗੇ ਅਤੇ ਉਹ ਆਪਣੀ ਮਾਂ ਦੇ ਪੈਰਾਂ ਵਿੱਚ ਗਿਰ ਪਿਆ। ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਸਦੀ ਮਾਂ, ਜਿਸ ਨੂੰ ਉਸਨੇ ਦਰ-ਦਰ ਦੀ ਠੋਕਰਾਂ ਖਾਣੇ ਦੇ ਲਈ ਛੱਡ ਦਿੱਤਾ ਸੀ, ਅੱਜ ਇੰਨੇ ਵੱਡੇ ਸਾਮਰਾਜ ਦੀ ਮਾਲਕਿਨ ਹੈ। ਸੰਜੇ ਨੇ ਆਪਣੀ ਮਾਂ ਤੋਂ ਹੱਥ ਜੋੜ ਕੇ ਮਾਫ਼ੀ ਮੰਗੀ ਅਤੇ ਕਿਹਾ ਕਿ ਮਾਂ,
ਹੁਣ ਤੁਸੀਂ ਮੇਰੇ ਨਾਲ ਚੱਲੋਗੀ, ਆਪਣੇ ਘਰ ਚੱਲੋਗੀ। ਕੈਸਾ ਘਰ, ਕੈਸੀ ਮਾਂ। ਮੇਰਾ ਬੇਟਾ ਤਾਂ ਉਸੀ ਦਿਨ ਮਰ ਚੁੱਕਿਆ ਸੀ ਜਿਸ ਦਿਨ ਉਹ ਮੈਨੂੰ ਮੰਦਿਰ ਦੇ ਬਾਹਰ ਛੱਡ ਕੇ ਚਲਾ ਗਿਆ ਸੀ। ਅੱਜ ਨਾ ਮੈਂ ਤੇਰੀ ਮਾਂ ਹਾਂ, ਨਾ ਹੀ ਤੂੰ ਮੇਰਾ ਬੇਟਾ। ਕਹਿ ਕੇ ਇਨਾਮ ਵੰਡ ਅੱਧ ਵਿਚਾਲੇ ਛੱਡ ਕੇ ਆਪਣੀ ਕੁਰਸੀ ਪਰ ਜਾ ਕੇ ਬੈਠ ਗਈ। ਸੰਜੇ ਮਾਫ਼ੀ ਮੰਗਦਾ ਰਿਹਾ, ਪਰ ਅੰਮਾ ਨੇ ਉਸਦੀ ਤਰਫ ਦੇਖਿਆ ਤੱਕ ਨਹੀਂ ਅਤੇ ਸੁਖਬੀਰ ਦੇ ਨਾਲ ਘਰ ਵਾਪਿਸ ਚਲੀ ਗਈ। ਕਦੀ ਸੰਜੇ ਆਪਣੀ ਮਾਂ ਦਾ ਬਹੁਤ ਲਾਡਲਾ ਹੋਇਆ ਕਰਦਾ ਸੀ, ਪਰ ਆਪਣੀ ਪਤਨੀ ਦੇ ਬਹਿਕਾਵੇ ਵਿੱਚ ਆ ਕੇ ਉਹ ਆਪਣੀ ਮਾਂ ਦੇ ਨਾਲ ਬਹੁਤ ਬੁਰਾ ਸਲੂਕ ਕਰਨ ਲੱਗਾ ਸੀ। ਉਹਨਾਂ ਗੱਲਾਂ ਨੂੰ ਅੰਮਾ ਕਦੀ ਨਹੀਂ ਭੁੱਲ ਸਕਦੀ। ਉੱਧਰ ਸੰਜੇ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਜਿਸ ਕੰਪਨੀ ਵਿੱਚ ਉਹ ਕੰਮ ਕਰਦਾ ਸੀ, ਉਸ ਕੰਪਨੀ ਦੀ ਮਾਲਕਿਨ ਦਰਅਸਲ ਉਸਦੀ ਮਾਂ ਸੀ। ਅੱਜ ਇਸ ਮਾਂ ਦੇ ਹੱਥਾਂ ਤੋਂ ਉਸ ਨੂੰ ਪੁਰਸਕਾਰ ਮਿਲਿਆ ਤਾਂ ਉਸਦਾ ਸਿਰ ਚਕਰਾ ਗਿਆ ਸੀ। ਮਾਂ ਦੇ ਦੁਆਰਾ ਉਸਦੀ ਗੰਭੀਰ ਉਮੀਦ ਅਤੇ ਪਾਪ ਕਰਮਾਂ ਦੇ ਕਾਰਨ ਉਸਦੇ ਦਿਲ ਵਿੱਚ ਨਾ ਜਾਣੇ ਕਿੰਨੇ ਹੀ ਜ਼ਖਮ ਹੋ ਚੁੱਕੇ ਸੀ। ਹਰ ਪਲ ਉਸ ਨੂੰ ਆਪਣੀ ਮਾਂ ਦੀ ਯਾਦ ਸਤਾ ਰਹੀ ਸੀ। ਆਪਣੀ ਕਰਤੂਤ ਉਸ ਨੂੰ ਝੰਜੋੜ ਰਹੀ ਸੀ ਅਤੇ ਨਾਸੁਰ ਬਣ ਕੇ ਉਸ ਨੂੰ ਲਗਾਤਾਰ ਚੋਟ ਪਹੁੰਚਾ ਰਹੀ ਸੀ। ਇੱਕ ਦਿਨ ਐਤਵਾਰ ਨੂੰ ਜਦ ਉਸਦੇ ਦਫ਼ਤਰ ਦੀ ਛੁੱਟੀ ਸੀ ਤਾਂ ਉਹ ਆਪਣੀ ਪਤਨੀ ਨੀਤਾ ਨੂੰ ਲੈ ਕੇ ਸਕੂਟਰ ਪਰ ਰਾਧਾ ਰਾਣੀ ਦੇ ਮੰਦਿਰ ਦਰਸ਼ਨ ਕਰਨੇ ਦੇ ਲਈ ਗਿਆ। ਰਾਧਾ ਕ੍ਰਿਸ਼ਨਾ ਦੀ ਮੂਰਤੀ ਦੇ ਸਾਹਮਣੇ ਹੱਥ ਜੋੜ ਕੇ ਖੜਾ ਹੋਇਆ ਤਾਂ ਉਸ ਨੂੰ ਐਸਾ ਲੱਗਾ ਜਿਵੇਂ ਭਗਵਾਨ ਵੀ ਟੇਢੀ ਨਜ਼ਰ ਨਾਲ ਉਸਦੇ ਦੁਆਰਾ ਕੀਤੇ ਗਏ ਘੋਰ ਪਾਪ ਦੇ ਲਈ ਉਸ ਪਰ ਹੱਸ ਰਹੇ ਸੀ। ਘਬਰਾ ਕੇ ਉਸਨੇ ਅੱਖਾਂ ਖੋਲ੍ਹੀ। ਪੂਜਾ ਪਾਠ ਕਰਕੇ ਮੰਦਿਰ ਤੋਂ ਆਉਂਦੇ ਹੋਏ ਅਪਰਾਧ ਬੋਧ ਦੇ ਕਾਰਨ ਉਸਦੀ ਮਾਨਸਿਕ ਸਥਿਤੀ ਵਿਗੜੀ ਹੋਈ ਸੀ, ਜਿਸ ਕਾਰਨ ਉਸ ਨੂੰ ਸਾਹਮਣੇ ਤੋਂ ਆਉਂਦਾ ਹੋਇਆ ਟਰੱਕ ਨਜ਼ਰ ਨਹੀਂ ਆਇਆ ਅਤੇ ਤੇਜ਼ ਧਮਾਕੇ ਦੇ ਨਾਲ ਸਕੂਟਰ ਟਰੱਕ ਨਾਲ ਟਕਰਾ ਗਿਆ। ਉਹ ਦੋਨੋਂ ਬੜੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਸੰਜੇ ਦੀ ਹਾਲਤ ਗੰਭੀਰ ਬਣੀ ਹੋਈ ਸੀ। ਉਸਦੇ ਪੈਰ ਦੀ ਹੱਡੀ ਟੁੱਟ ਚੁੱਕੀ ਸੀ ਅਤੇ ਦੂਜੇ ਪਾਸੇ ਉਸਦੀ ਪਤਨੀ ਨੀਤਾ ਨੂੰ ਅਧਰੰਗ ਹੋ ਚੁੱਕਾ ਸੀ। ਉਹ ਉੱਠਣੇ ਅਤੇ ਚੱਲਣੇ ਵਿੱਚ ਅਸਮਰਥ ਸੀ। ਜਦ ਉਸ ਨੂੰ ਹੋਸ਼ ਆਇਆ ਤਾਂ ਦਹਾੜੇ ਮਾਰ ਕੇ ਰੋਣ ਲੱਗੀ। ਹੁਣ ਘਰ ਪਰ ਵੀ ਦੋਵੇਂ ਬੱਚਿਆਂ ਦੀ ਦੇਖ-ਰੇਖ ਦੇ ਲਈ ਕੋਈ ਨਹੀਂ ਸੀ। ਨੀਤਾ ਦੇ ਪੇਕੇ ਤੋਂ ਉਸਦੇ ਭਾਈ ਭਾਬੀ ਉਸਦਾ ਪਤਾ ਕਰਨੇ ਦੇ ਲਈ ਆਏ, ਪਰੰਤੂ ਹਾਲ ਚਾਲ ਪੁੱਛ ਕੇ ਉਹ ਦੋਨੋਂ ਚੱਲਦੇ ਬਣੇ। ਸੰਜੇ ਦੇ ਦੋਸਤ ਨੇ ਸਾਰੀ ਘਟਨਾ ਦੀ ਜਾਣਕਾਰੀ ਕੰਪਨੀ ਦੇ ਮਾਲਿਕ ਸੁਖਬੀਰ ਨੂੰ ਦਿੱਤੀ। ਜਦ ਸੁਖਬੀਰ ਉਸ ਨਾਲ ਫੋਨ ਪਰ ਗੱਲ ਕਰ ਰਿਹਾ ਸੀ ਤਾਂ ਅੰਮਾ ਉੱਥੇ ਹੀ ਬੈਠ ਕੇ ਉਸਦੇ ਨਾਲ ਚਾਹ ਨਾਸ਼ਤਾ ਕਰ ਰਹੀ ਸੀ। ਸੰਜੇ ਮਿਸ਼ਰਾ ਦਾ ਨਾਮ ਸੁਣ ਕੇ ਅੰਮਾ ਹੈਰਾਨ ਹੋ ਗਈ। ਉਹਨਾਂ ਨੇ ਸੁਖਬੀਰ ਤੋਂ ਪੁੱਛਿਆ ਕੀ ਕਿਆ ਹੋਇਆ, ਕਿਸ ਬਾਰੇ ਵਿੱਚ ਗੱਲ ਹੋ ਰਹੀ ਸੀ ਤਾਂ ਸੁਖਬੀਰ ਨੇ ਸਾਰਾ ਹਾਲ ਕਹਿ ਸੁਣਾਇਆ ਕਿ ਉਸਦੀ ਕੰਪਨੀ ਦਾ ਇੱਕ ਕਰਮਚਾਰੀ ਸੰਜੇ ਮਿਸ਼ਰਾ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੈ। ਇਹ ਸੁਣ ਕੇ ਅੰਮਾ ਰੋਣ ਲੱਗੀ। ਜਦ ਸੁਖਬੀਰ ਨੇ ਅੰਮਾ ਤੋਂ ਉਹਨਾਂ ਦੇ ਰੋਣੇ ਦਾ ਕਾਰਨ ਪੁੱਛਿਆ ਤਾਂ ਅੰਮਾ ਨੇ ਸਾਰੀ ਗੱਲ ਕਹਿ ਸੁਣਾਈ। ਜਦ ਸੁਖਬੀਰ ਬੋਲਿਆ, ਅੰਮਾ ਕਰਮਾਂ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ। ਉਸ ਨੇ ਜੈਸੇ ਕਰਮ ਕੀਤੇ ਸੀ ਉਸ ਨੂੰ ਫਲ ਤਾਂ ਮਿਲਣਾ ਹੀ ਸੀ। ਪਰ ਅੰਮਾ ਦਾ ਦਿਲ ਅੰਦਰ ਹੀ ਅੰਦਰ ਆਪਣੇ ਬੱਚਿਆਂ ਦੇ ਲਈ ਤੜਫ ਰਿਹਾ ਸੀ। ਉਹਨਾਂ ਦੇ ਪੁੱਤ ਨੂੰ ਲਾਚਾਰ ਹੋ ਕੇ ਬਿਸਤਰ ਪਰ ਪਏ ਸੀ। ਇਸ ਲਈ ਅੰਮਾ ਨੇ ਕਿਹਾ ਕਿ ਮੈਂ ਥੋੜ੍ਹਾ ਸਮੇਂ ਆਪਣੇ ਪੁੱਤ ਨੂੰ ਦੇ ਕੋਲ ਜਾਣਾ ਚਾਹੁੰਦੀ ਹਾਂ। ਕੁਝ ਦਿਨਾਂ ਬਾਅਦ ਵਾਪਿਸ ਆ ਜਾਊਂਗੀ। ਸੁਖਬੀਰ ਨੇ ਵੀ ਹਾਮੀ ਭਰ ਦਿੱਤੀ ਅਤੇ ਅੰਮਾ ਨੂੰ ਬਹੁਤ ਸਾਰੇ ਪੈਸੇ ਦੇ ਕੇ ਉਹਨਾਂ ਦੇ ਪੁੱਤ ਨੂੰ ਦੇ ਕੋਲ ਛੱਡ ਆਇਆ। ਅੰਮਾ ਨੇ ਆਪਣੇ ਪੁੱਤ ਅਤੇ ਨੂੰਹ ਨੂੰ ਇੱਕ ਚੰਗੇ ਹਸਪਤਾਲ ਵਿੱਚ ਭਰਤੀ ਕਰਵਾਇਆ,
ਜਿੱਥੇ ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾਣ ਲੱਗਾ। ਉਹਨਾਂ ਦੇ ਬੱਚਿਆਂ ਨੂੰ ਸੰਭਾਲਿਆ ਅਤੇ ਨਾਲ-ਨਾਲ ਉਹਨਾਂ ਦੀ ਦੁਕਾਨ ਨੂੰ ਵੀ ਫਿਰ ਤੋਂ ਖੜਾ ਕੀਤਾ। ਜੋ ਪੈਸੇ ਸੁਖਬੀਰ ਨੇ ਦਿੱਤੇ ਸੀ, ਉਹਨਾਂ ਪੈਸਿਆਂ ਨੂੰ ਅੰਮਾ ਨੇ ਆਪਣੇ ਪੁੱਤ ਨੂੰ ਦੀ ਗ੍ਰਸਤੀ ਸੰਭਾਲਣੇ ਵਿੱਚ ਲਗਾਇਆ। ਹਰ ਕਦਮ ਪਰ ਸੁਖਬੀਰ ਨੇ ਅੰਮਾ ਦੀ ਪੂਰੀ ਮਦਦ ਕੀਤੀ। ਇੱਕ ਤਰਫ ਤਾਂ ਸੰਜੇ ਅਤੇ ਉਸਦੀ ਪਤਨੀ ਦੀ ਤਬੀਅਤ ਹੁਣ ਕੁਝ ਸੁਧਰਨ ਲੱਗੀ ਸੀ ਅਤੇ ਦੂਸਰੀ ਤਰਫ ਉਸਦਾ ਕਾਰੋਬਾਰ ਪਹਿਲਾਂ ਦੀ ਤਰ੍ਹਾਂ ਚਮਕ ਉੱਠਿਆ ਸੀ। ਉਹਨਾਂ ਦੀ ਗ੍ਰਸਤੀ ਨੂੰ ਕੁਝ ਹੀ ਮਹੀਨਿਆਂ ਵਿੱਚ ਅੰਮਾ ਨੇ ਫਿਰ ਤੋਂ ਠੀਕ ਕਰ ਦਿੱਤਾ। ਜਦ ਉਹਨਾਂ ਦੋਨਾਂ ਦੀ ਹਸਪਤਾਲ ਤੋਂ ਛੁੱਟੀ ਹੋਈ ਅਤੇ ਉਹ ਘਰ ਮੁੜੇ ਤਾਂ ਅੰਮਾ ਜੀ ਤੋਂ ਮਾਫ਼ੀ ਮੰਗਣ ਲੱਗੇ। ਉਹ ਆਪਣੇ ਕੀਤੇ ਪਰ ਸ਼ਰਮਿੰਦਾ ਸੀ। ਅੰਮਾ ਦੀ ਨੂੰਹ ਬੋਲੀ, "ਅੰਮਾ ਜੀ, ਜਿਸ ਨੂੰ ਮੈਂ ਘਰ ਤੋਂ ਬਾਹਰ ਕੱਢ ਦਿੱਤਾ ਸੀ, ਉਹੀ ਅੱਜ ਇਸ ਘਰ ਵਿੱਚ ਲਕਸ਼ਮੀ ਬਣ ਕੇ ਆਈ ਹੈ। ਅੰਮਾ ਜੀ, ਮੈਂ ਤੁਹਾਨੂੰ ਸਮਝ ਨਹੀਂ ਪਾਈ। ਅਸੀਂ ਲੋਕਾਂ ਨੇ ਤੁਹਾਡਾ ਨਿਰਾਦਰ ਕੀਤਾ ਹੈ। ਸਾਡੇ ਇਸ ਕਰਮ ਦੀ ਸਜ਼ਾ ਸਾਨੂੰ ਅੱਜ ਮਿਲੀ ਹੈ।" ਦੋਵੇਂ ਪੁੱਤ ਨੂੰ ਅੰਮਾ ਦੇ ਪੈਰਾਂ ਵਿੱਚ ਗਿਰ ਗਏ। ਅੰਮਾ ਨੇ ਵੀ ਉਹਨਾਂ ਦੋਨਾਂ ਨੂੰ ਮਾਫ਼ ਕਰ ਦਿੱਤਾ ਅਤੇ ਆਪਣੇ ਪੋਤਾ-ਪੋਤੀ ਨੂੰ ਬਹੁਤ ਪਿਆਰ ਦਿੱਤਾ। ਕੁਝ ਦਿਨ ਹੋਰ ਉੱਥੇ ਰਹਿਣ ਦੇ ਬਾਅਦ ਅੰਮਾ ਨੇ ਕਿਹਾ, "ਹੁਣ ਤੁਸੀਂ ਦੋਨਾਂ ਦੀ ਤਬੀਅਤ ਠੀਕ ਹੋ ਚੁੱਕੀ ਹੈ ਅਤੇ ਤੁਸੀਂ ਆਪਣੀ ਗ੍ਰਸਤੀ ਨੂੰ ਸੰਭਾਲ ਸਕਦੇ ਹੋ। ਤੇਰੀ ਦੁਕਾਨ ਵੀ ਬਹੁਤ ਚੰਗੇ ਨਾਲ ਚੱਲ ਰਹੀ ਹੈ। ਇਸ ਲਈ ਹੁਣ ਮੈਂ ਚੱਲਦੀ ਹਾਂ। ਮੇਰਾ ਬੇਟਾ ਅਤੇ ਮੇਰਾ ਪਰਿਵਾਰ ਮੇਰਾ ਇੰਤਜ਼ਾਰ ਕਰ ਰਿਹਾ ਹੈ।" ਇਹ ਕਹਿ ਕੇ ਅੰਮਾ ਨੇ ਆਪਣਾ ਬੈਗ ਤਿਆਰ ਕਰ ਲਿਆ। ਪੁੱਤ ਨੂੰ ਦੋਨਾਂ ਨੇ ਅੰਮਾ ਨੂੰ ਜਾਣੇ ਤੋਂ ਰੋਕਣੇ ਦੀ ਬਹੁਤ ਕੋਸ਼ਿਸ਼ ਕੀਤੀ, ਪਰੰਤੂ ਅੰਮਾ ਨੇ ਕਿਹਾ, "ਮੇਰਾ ਬੇਟਾ ਸੁਖਬੀਰ ਮੇਰੇ ਪਰ ਜਾਨ ਛਿੜਕਦਾ ਹੈ। ਹੁਣ ਉਹੀ ਮੇਰਾ ਬੇਟਾ ਹੈ, ਇਸ ਲਈ ਮੈਨੂੰ ਜਾਣਾ ਹੋਵੇਗਾ।" ਉਹਨਾਂ ਦੋਨਾਂ ਨੇ ਬਹੁਤ ਮਨਾਇਆ, ਪਰੰਤੂ ਅੰਮਾ ਨਹੀਂ ਰੁਕੀ ਅਤੇ ਬੇਟੇ ਦੇ ਘਰ ਦੇ ਲਈ ਚੱਲ ਪਈ। ਬਾਹਰ ਸੁਖਬੀਰ ਅੰਮਾ ਨੂੰ ਲੈਣੇ ਦੇ ਲਈ ਗੱਡੀ ਵਿੱਚ ਪਹਿਲਾਂ ਹੀ ਪਹੁੰਚ ਚੁੱਕਾ ਸੀ। ਸਟੋਰੀ ਕਿਵੇਂ ਲੱਗੀ ਜੀ? ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ।